ਲੱਗੇ। ਸੋ ਪਿਆਰੇ ਬੱਚਿਓ, ਜਿਵੇਂ ਆਪਾਂ ਗੱਲ ਕੀਤੀ ਸੀ ਕਿ ਆਪਾਂ ਜਿਹੜਾ ਤੀਸਰਾ ਲੈਸਨ ਤੁਹਾਡਾ ਡਿਸਕਸ ਕਰਨ ਲੱਗੇ ਹਾਂ, ਭਾਰਤ ਦੇ ਵਿੱਚ ਜਲ ਪ੍ਰਵਾਹ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ। ਕਿਸੇ ਇਲਾਕੇ ਦੇ ਵਿੱਚ ਵਹਿਣ ਵਾਲੇ ਨਦੀਆਂ ਨੂੰ, ਜਿਨ੍ਹਾਂ ਨੂੰ ਅਸੀਂ ਨਦੀਆਂ ਨੂੰ ਕਈ ਵਾਰੀ ਅਸੀਂ ਦਰਿਆ ਵੀ ਕਹਿ ਦਿੰਦੇ ਹਾਂ, ਅਤੇ ਨਹਿਰਾਂ ਜਿਹੜੀਆਂ ਮਨੁੱਖ ਦੁਆਰਾ ਬਣਾਈਆਂ ਜਾਂਦੀਆਂ ਨੇ, ਉਹਨਾਂ ਸਾਰਿਆਂ ਦੇ ਜਾਲ ਨੂੰ ਅਸੀਂ ਜਲ ਪ੍ਰਵਾਹ ਕਿਹਾ ਜਾਂਦਾ ਗਾ। ਕੁਦਰਤੀ ਤੌਰ 'ਤੇ ਵੀ ਜਿਹੜਾ ਭਾਰਤ ਦੇ ਵਿੱਚ ਸੈਂਕੜੇ ਵੱਡੀਆਂ ਛੋਟੀਆਂ ਜਿਹੜੀਆਂ ਨਦੀਆਂ ਵਹਿੰਦੀਆਂ ਨੇ, ਇਸ ਕਰਕੇ ਹੀ ਜਿਹੜਾ ਇਹ ਲੈਸਨ ਜਿਹੜਾ 9ਵੀਂ ਜਮਾਤ ਦੇ ਵਿੱਚ ਬੱਚਿਆਂ ਦੇ ਲਈ ਪਾਇਆ ਗਿਆ ਗਾ ਕਿ ਕਿਸ ਤਰ੍ਹਾਂ ਜਿਹੜਾ ਕੁਦਰਤ ਦੁਆਰਾ ਸਾਡੇ ਦੇਸ਼ ਨੂੰ ਜਲ ਦੀ ਦਾਤ ਕੁਦਰਤ ਵੱਲੋਂ ਬਖਸ਼ੀ ਗਈ ਹੈ। ਤਾਂ ਉਹਦੇ ਨਾਲ ਸੰਬੰਧਿਤ 2-3 ਕਨਸੈਪਟ ਨੇ। ਜਿਵੇਂ ਪਹਿਲਾ ਕਨਸੈਪਟ ਤੁਸੀਂ ਦੇਖਦੇ ਹੋ, ਅਸੀਂ ਦੇਖਦੇ ਹਾਂ ਦੁਆਬ। ਇਹਦੇ ਬਾਰੇ ਅਸੀਂ ਥੋੜ੍ਹੀ ਜਿਹੀ ਜਾਣਕਾਰੀ 8ਵੀਂ ਕਲਾਸ 'ਚ ਵੀ ਲਈ ਹੋਈ ਆ। ਦੋ ਆਬ, ਆਬ ਦਾ ਭਾਵ ਦਰਿਆ। ਸੋ ਦੋ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਅਸੀਂ ਦੁਆਬ ਆਖ ਦਿੰਦੇ। ਅਗਲਾ ਜਿਹੜਾ ਸਾਡਾ ਆ ਜਾਂਦਾ ਗਾ ਜਲ ਵਿਭਾਜਕ। ਜਲ ਵਿਭਾਜਕ ਦੇ ਵਿੱਚ ਕੋਈ ਵੀ ਉੱਚਾ ਖੇਤਰ ਜਿਹੜਾ ਕਿ ਪਰਬਤ ਦੇ ਰੂਪ 'ਚ ਹੋ ਸਕਦਾ ਗਾ, ਕੋਈ ਉੱਚੀ ਭੂਮੀ ਜਾਂ ਪਠਾਰ ਹੋ ਸਕਦਾ ਗਾ, ਜਿਹੜਾ ਜਲ ਚਲਦੀ ਹੋਈ ਨਦੀ ਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੰਦਾ ਗਾ, ਉਸ ਨੂੰ ਅਸੀਂ ਜਲ ਵਿਭਾਜਕ ਕਹਿ ਦਿੰਦੇ ਹਾਂ। ਅਤੇ ਤੀਸਰਾ ਸਾਡਾ ਕਨਸੈਪਟ ਆ ਜਾਂਦਾ ਗਾ ਆ ਪ੍ਰਵਾਹ ਖੇਤਰ। ਇੰਗਲਿਸ਼ ਦੇ ਵਿੱਚ ਡਰੇਨੇਜ ਬੇਸਿਨ ਬੋਲ ਦਿੰਦੇ ਆ ਉਸ ਨੂੰ। ਡਰੇਨੇਜ ਬੇਸਿਨ ਤੋਂ ਭਾਵ ਕਿ ਜਿੱਥੋਂ ਨਦੀ ਜਾਂ ਦਰਿਆ ਜਿਹੜਾ ਚੱਲਣ ਵਾਲਾ ਗਾ, ਉੱਥੋਂ ਉਹ ਜਲ ਪ੍ਰਾਪਤ ਕਰਦਾ, ਭਾਵ ਉੱਥੋਂ ਦਰਿਆ ਸ਼ੁਰੂ ਹੁੰਦਾ ਗਾ ਚੱਲਣਾ। ਉਸ ਖੇਤਰ ਜਿੱਥੋਂ ਉਹ ਪਾਣੀ ਚੱਲਣਾ ਸ਼ੁਰੂ ਹੁੰਦਾ ਗਾ, ਉਸ ਨੂੰ ਅਸੀਂ ਆ ਪ੍ਰਵਾਹ ਖੇਤਰ ਜਿਹੜਾ ਗਾ ਉਹ ਆਖਦੇ ਹਾਂ। ਅੱਗੇ ਤੁਹਾਨੂੰ ਇੱਕ ਡਾਇਗਰਾਮ ਜਿਹੜਾ ਗਾ ਨਜ਼ਰ ਆਏਗਾ। ਉਹ ਡਾਇਗਰਾਮ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਸਾਨੂੰ ਇੱਕ ਡਾਇਗਰਾਮ ਨਜ਼ਰ ਆ ਰਿਹਾ ਗਾ ਤੁਹਾਡੇ ਸਾਹਮਣੇ। ਜਲ ਵਿਭਾਜਕ ਉਹਦੇ ਕਰਕੇ ਅਸੀਂ ਮੈਂ ਤੁਹਾਨੂੰ ਦਿਖਾ ਰਿਹਾ, ਐਰੋ ਦਿੱਤਾ ਹੋਇਆ ਗਾ। ਇੱਕ ਉੱਚਾ ਪਹਾੜ ਦੋਨੋਂ ਪਾਸੇ ਸਾਨੂੰ ਨਜ਼ਰ ਆ ਰਿਹਾ, ਉਹਦੇ ਵਿਚਕਾਰ ਦੀ ਬਲੂ ਕਲਰ ਦੀ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਆ ਚਲਦੀ ਹੋਈ ਪਾਣੀ ਦੀ ਨਦੀ ਕਹਿ ਸਕਦੇ ਹਾਂ ਅਸੀਂ। ਸੋ ਜਲ ਵਿਭਾਜਕ ਨੂੰ ਇਹਨਾਂ ਨੇ ਡਾਇਗਰਾਮ ਦੇ ਰੂਪ ਦੇ ਵਿੱਚ ਵੀ ਤੁਹਾਨੂੰ ਦਿਖਾਇਆ। ਇੰਗਲਿਸ਼ ਦੇ ਵਿੱਚ ਅਸੀਂ ਵਾਟਰ ਡਿਵਾਈਡ ਵੀ ਬੋਲ ਦਿੰਦੇ ਹਾਂ। ਇਹਨੂੰ ਤੁਸੀਂ ਕਾਪੀ ਦੇ ਵਿੱਚ ਜਿਹੜਾ ਕਲਰਫੁਲ ਢੰਗ ਦੇ ਨਾਲ ਬਣਾ ਕੇ ਵਧੀਆ ਤਰੀਕੇ ਨਾਲ ਯਾਦ ਰੱਖ ਸਕਦੇ ਹੋ। ਅਤੇ ਅੱਗੇ ਅਸੀਂ ਜਿਹੜੀ ਡਿਸਕਸ ਕਰਾਂਗੇ ਉਹ ਡਿਸਕਸ ਸਾਡੀ ਜਲ ਨਿਕਾਸ ਜਾਂ ਡਰੇਨੇਜ ਪੈਟਰਨ ਜਿਸ ਨੂੰ ਕਿਹਾ ਜਾਂਦਾ ਗਾ, ਉਹਦੇ ਬਾਰੇ ਸਾਡੀ ਹੋਏਗੀ। ਜਲ ਨਿਕਾਸ ਦੇ ਵਿੱਚ ਅਸੀਂ ਧਰਤੀ ਦੇ ਕਿਸੇ ਵੀ ਹਿੱਸੇ ਦੇ ਉੱਤੇ ਵਹਿੰਦਾ ਪਾਣੀ ਜਿਹੜਾ ਕਿ ਵੱਖੋ ਵੱਖਰੇ ਸਰੂਪ ਬਣਾਉਂਦਾ ਗਾ, ਉਸ ਨੂੰ ਅਸੀਂ ਜਲ ਨਿਕਾਸ ਦਾ ਸਰੂਪ ਕਹਾਉਂਦੇ ਹਾਂ। ਹਰੇਕ ਨਦੀ ਜਾਂ ਦਰਿਆ ਜਿਹੜਾ ਵੀ ਵੱਖ-ਵੱਖ ਇਲਾਕਿਆਂ 'ਚੋਂ ਵਗਦਾ ਗਾ, ਉਹ ਕਈ ਤਰ੍ਹਾਂ ਦੇ ਨਮੂਨੇ ਬਣਾਉਂਦਾ ਗਾ। ਇਹ ਨਮੂਨੇ ਕਈ ਪ੍ਰਕਾਰ ਦੇ ਹੁੰਦੇ ਨੇ। ਅਗਲੇ ਪੇਜ ਦੇ ਉੱਤੇ ਅਸੀਂ ਇਹਨਾਂ ਨਮੂਨਿਆਂ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸੋ ਆਪਾਂ ਸਰੂਪ ਦੇ ਬਾਰੇ ਗੱਲ ਕਰ ਰਹੇ ਸੀ। ਸੋ ਇਸ ਪੇਜ ਦੇ ਉੱਤੇ ਅਸੀਂ ਜਿਹੜਾ ਵੱਖ-ਵੱਖ ਸਰੂਪ ਜਿਹੜੇ ਚੱਲਦੇ ਹੋਏ ਦਰਿਆਵਾਂ ਜਾਂ ਨਦੀਆਂ ਦੁਆਰਾ ਬਣਾਏ ਜਾਂਦੇ ਆ, ਉਹਨਾਂ ਨੂੰ ਅਸੀਂ 4 ਭਾਗਾਂ ਦੇ ਵਿੱਚ ਵੰਡਦੇ ਹਾਂ। ਪਹਿਲਾ ਅਸੀਂ ਡੰਡੀਦਾਰ ਆ ਪ੍ਰਵਾਹ, ਜਿਹਦੇ ਵਿੱਚ ਅਸੀਂ ਗੰਗਾ ਅਤੇ ਬ੍ਰਹਮਪੁੱਤਰ ਨਦੀਆਂ ਜਿਹੜੀਆਂ ਨੇ ਉਹ ਬਣਾਉਂਦੀਆਂ ਨੇ। ਤੁਸੀਂ ਥੱਲੇ ਇੱਕ ਡਾਇਗਰਾਮ ਪਹਿਲੇ ਨੰਬਰ ਵਾਲੀ ਡਾਇਗਰਾਮ ਦੇਖ ਰਹੇ ਹੋ, ਜਿਹਦੇ ਵਿੱਚ ਇੱਕ ਇਸ ਤਰ੍ਹਾਂ ਲੱਗਦਾ ਸਾਨੂੰ ਜਿਵੇਂ ਕਿ ਦਰਖਤ ਜਿਹੜਾ ਗਾ ਆਪਣੀਆਂ ਵੱਖ-ਵੱਖ ਸ਼ਾਖਾਵਾਂ ਉਹਦੀਆਂ ਨਜ਼ਰ ਆਉਂਦੀਆਂ ਨੇ। ਸੋ ਇਹ ਨਦੀ ਦੇ ਚੱਲਣ ਦਾ ਗਾ ਇੱਕ ਮੇਨ ਨਦੀ ਆ ਜਿਹੜੀ ਉਹ ਵੱਡੇ ਰੂਪ ਦੇ ਵਿੱਚ ਵਿਚਕਾਰ ਚੱਲ ਰਹੀ ਆ। ਕੁਝ ਛੋਟੀਆਂ ਨਦੀਆਂ ਨੇ ਜਿਹੜੀਆਂ ਕਈ ਵਾਰੀ ਤਾਂ ਪਾਣੀ ਉਹਨਾਂ ਦੇ ਰਾਹੀਂ ਉਸ ਨਦੀ 'ਚੋਂ ਬਾਹਰ ਜਾਂਦਾ ਗਾ, ਕਈ ਵਾਰੀ ਉਹਨਾਂ ਨਦੀਆਂ ਦੇ ਰਾਹੀਂ ਪਾਣੀ ਵੱਡੀ ਨਦੀ ਦੇ ਵਿੱਚ ਆ ਜਾਂਦਾ ਗਾ।
ਸੋ ਇਹ ਇੱਕ ਤਰ੍ਹਾਂ ਦਾ ਦਰਖਤ ਦਾ ਰੂਪ ਸਾਨੂੰ ਨਜ਼ਰ ਆ ਰਿਹਾ ਗਾ, ਜਿਹਨੂੰ ਡੰਡੀਦਾਰ ਪ੍ਰਵਾਹ ਜਿਹੜਾ ਗਾ ਕਿਹਾ ਜਾਂਦਾ ਗਾ। ਅਤੇ ਮੁੱਖ ਤੌਰ ਦੇ ਉੱਤੇ ਗੰਗਾ ਅਤੇ ਬ੍ਰਹਮਪੁੱਤਰ ਜਿਹੜੀਆਂ ਦੋ ਵੱਡੀਆਂ ਨਦੀਆਂ ਨੇ, ਉਹ ਆਪਣੇ ਛੋਟੀਆਂ ਨਦੀਆਂ ਦੇ ਨਾਲ ਮਿਲ ਕੇ ਇਹ ਡੰਡੀਦਾਰ ਆ ਪ੍ਰਵਾਹ ਬਣਾਉਂਦੀਆਂ ਨੇ। ਨੈਕਸਟ ਸਾਡਾ ਦੂਸਰਾ ਆ ਜਾਂਦਾ ਗਾ ਸਮਾਨਾਂਤਰ ਆ ਪ੍ਰਵਾਹ। ਸਮਾਨਾਂਤਰ ਤੋਂ ਭਾਵ ਕਿ ਇੱਕੋ ਲਾਈਨ ਦੇ ਵਿੱਚ ਪੈਰਲਲ ਚੱਲਦੇ ਨੇ। ਪੱਛਮੀ ਘਾਟ ਦੀਆਂ ਨਦੀਆਂ, ਸਾਡੀਆਂ ਪੈਨਜ਼ੂਏਲਾ ਦੀਆਂ ਪ੍ਰਾਇਦੀਪੀ ਨਦੀਆਂ ਨੇ ਜ਼ਿਆਦਾ, ਉਹ ਸਾਡੀਆਂ ਪੈਰਲਲ ਚੱਲਦੀਆਂ ਨੇ। ਤੁਸੀਂ ਦੂਸਰੇ ਡਾਇਗਰਾਮ ਦੇ ਵਿੱਚ ਜਿਹੜਾ ਗਾ ਅਸੀਂ ਦੂਸਰੇ ਡਾਇਗਰਾਮ ਦੇ ਵਿੱਚ ਮੈਂ ਤੁਹਾਨੂੰ ਟਿਕ ਲਗਾ ਕੇ ਦਿਖਾ ਰਿਹਾ। ਇਹਦੇ ਵਿੱਚ ਜਿਹੜੀਆਂ ਸਾਡੀਆਂ ਨਦੀਆਂ ਨੇ ਉਹ ਸਮਾਨਾਂਤਰਾ ਪ੍ਰਵਾਹ ਦੇ ਵਿੱਚ ਚੱਲ ਰਹੀਆਂ ਨੇ। ਕੋਈ ਤੁਹਾਨੂੰ ਨਜ਼ਰ ਆ ਰਹੀਆਂ ਨੇ ਕਿ ਸਿੱਧੀਆਂ ਲਾਈਨਾਂ ਦੇ ਰੂਪ ਦੇ ਵਿੱਚ ਚੱਲਦੀਆਂ ਨਜ਼ਰ ਆਉਂਦੀਆਂ ਨੇ ਸਾਡੀਆਂ। ਇਹਦੇ ਵਿੱਚ ਪੱਛਮੀ ਘਾਟ ਦੀਆਂ ਨਦੀਆਂ ਨੇ ਜਿਹੜੀਆਂ ਉਹ ਸਪੈਸ਼ਲੀ ਤੌਰ ਦੇ ਉੱਤੇ ਆ ਜਾਂਦੀਆਂ ਨੇ। ਤੀਸਰਾ ਸਾਡਾ ਜਾਲੀਨੁਮਾ ਜਿਹੜਾ ਪ੍ਰਵਾਹ ਤੁਸੀਂ ਦੇਖ ਰਹੇ ਹੋ, ਜਾਲੀਨੁਮਾ ਪ੍ਰਵਾਹ ਦੇ ਵਿੱਚ ਸਾਡੀਆਂ ਛੋਟਾ ਨਾਗਪੁਰ ਪਠਾਰ ਦੀਆਂ ਨਦੀਆਂ ਨੇ। ਇਹ ਨਦੀਆਂ ਜਿਹੜੀਆਂ ਨੇ ਤੁਸੀਂ ਜੇ ਚਿੱਤਰ ਦੇ ਵਿੱਚ ਵੀ ਦੇਖਦੇ ਹੋ, ਜਿਵੇਂ ਕਿ ਜਾਲੀ ਦੇ ਵਿੱਚ ਚੌਰਸ ਡੱਬੇ ਬਣੇ ਹੁੰਦੇ ਆ, ਉਸ ਤਰ੍ਹਾਂ ਦੀਆਂ ਨਜ਼ਰ ਆਉਂਦੀਆਂ ਨੇ। ਇਸ ਕਰਕੇ ਇਹਨੂੰ ਜਾਲੀਨੁਮਾ ਆ ਪ੍ਰਵਾਹ ਵੀ ਕਿਹਾ ਜਾਂਦਾ ਗਾ। ਅਤੇ ਸਭ ਤੋਂ ਲਾਸਟ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਚੱਕਰੀ ਆ ਪ੍ਰਵਾਹ, ਭਾਵ ਕਿ ਨਰਮਦਾ ਸੋਨ ਮਹਾਨਦੀ ਤੋਂ ਨਿਕਲਣ ਵਾਲੀਆਂ ਨਦੀਆਂ ਨੇ ਜਿਹੜੀਆਂ ਉਹ ਚੱਕਰੀ ਆ ਪ੍ਰਵਾਹ ਵਾਲੀਆਂ ਨਦੀਆਂ ਨੇ। ਇਹਦਾ ਡਾਇਗਰਾਮ ਤੁਸੀਂ ਚੌਥੇ ਨੰਬਰ ਦੇ ਉੱਤੇ ਨਜ਼ਰ ਆ ਰਿਹਾ ਗਾ। ਅਤੇ ਅਸੀਂ ਇਸ ਤੋਂ ਬਿਨਾਂ ਦੋ ਡਾਇਗਰਾਮ ਅਸੀਂ ਥੱਲੇ ਹੋਰ ਦੇਖ ਰਹੇ ਹਾਂ, ਜਿਹਦੇ ਵਿੱਚ ਸੋ ਬੇਟੇ ਆਪਾਂ ਗੱਲ ਕਰ ਰਹੇ ਸੀ ਚੌਥੇ ਚਿੱਤਰ ਦੇ ਵਿੱਚ, ਅਸੀਂ ਜਿਹੜੀ ਗੱਲ ਕਰ ਰਹੇ ਸੀ ਉੱਥੇ ਉਹਨਾਂ ਨੇ ਚੱਕਰੀ ਆ ਪ੍ਰਵਾਹ ਨਹੀਂ ਦੇ ਕੇ ਰੈਕਟੈਂਗੂਲਰ ਡਰੇਨੇਜ ਦੇ ਬਾਰੇ ਗੱਲ ਕੀਤੀ ਆ। ਭਾਵੇਂ ਕਿ ਇਹਦੇ ਬਾਰੇ ਉੱਤੇ ਸਾਨੂੰ ਬੁੱਕ ਦੇ ਵਿੱਚ ਨਹੀਂ ਦੱਸਿਆ ਗਿਆ, ਪਰ ਇਹ ਜੇ ਅਸੀਂ ਚਿੱਤਰ ਦੇ ਰਾਹੀਂ ਦੇਖਦੇ ਹਾਂ ਤਾਂ ਇਹ ਉਹ ਨਦੀਆਂ ਨੇ ਜਿਹੜੀਆਂ ਥੋੜ੍ਹੀਆਂ ਡੱਬੇ ਆਕਾਰ ਦੇ ਵਿੱਚ ਚੱਲਦੀਆਂ ਨੇ, ਵੱਡੇ ਵੱਡੇ ਡੱਬੇ ਬਣਾ ਕੇ। ਇਸ ਕਰਕੇ ਇਹਨੂੰ ਰੈਕਟੈਂਗੂਲਰ ਡਰੇਨੇਜ ਸਿਸਟਮ ਕਿਹਾ ਗਿਆ ਗਾ। ਕਈ ਵਾਰੀ ਜਿਹੜੀਆਂ ਮਨੁੱਖ ਦੇ ਦੁਆਰਾ ਨਿਰਮਿਤ ਨਹਿਰਾਂ ਜਾਂ ਕੋਈ ਛੋਟੇ ਸਾਡੇ ਜਲ ਤੰਤਰ ਹੁੰਦੇ ਨੇ ਮਨੁੱਖ ਦੁਆਰਾ ਬਣਾਏ ਹੋਏ, ਉਹ ਰੈਕਟੈਂਗੂਲਰ ਹੋ ਸਕਦੇ ਨੇ। ਇਸੇ ਤਰ੍ਹਾਂ ਸਾਡੇ ਕੋਲ ਇੱਕ ਹੋਰ ਡਾਇਗਰਾਮ ਨਜ਼ਰ ਆ ਰਿਹਾ ਗਾ ਸਾਡੇ ਕੋਲੇ, ਜਿਹਨੂੰ ਅਸੀਂ ਡਰੇਨੇਜ ਬੋਲਦੇ ਹਾਂ। ਭਾਵ ਕਿ ਜਿਵੇਂ ਕਿ ਸਾਡੀਆਂ ਬਿਨਾਂ ਹੀ ਕਿਸੇ ਸ਼ੇਪ ਦੇ ਉੱਤੋਂ ਚੱਲਦਾ ਹੋਇਆ ਪਾਣੀ ਸਾਨੂੰ ਨਜ਼ਰ ਆ ਰਿਹਾ। ਇਹਦੇ ਵਿੱਚ ਕੋਈ ਆਕਾਰ ਬਣਦਾ ਨਜ਼ਰ ਨਹੀਂ ਆ ਰਿਹਾ। ਜਿਵੇਂ ਸਾਡੇ ਨਾਲੀਆਂ ਦੇ ਵਿੱਚ ਪਾਣੀ ਵਗਦਾ ਗਾ ਸਾਡੇ ਪਿੰਡਾਂ ਦੇ ਵਿੱਚ, ਉਸ ਤਰ੍ਹਾਂ ਦੀ ਸ਼ੇਪ ਸਾਨੂੰ ਨਜ਼ਰ ਆ ਰਹੀ ਹੈ। ਇਹਦੇ ਬਾਰੇ ਵੀ ਸਾਡੀ ਕਿਤਾਬ ਦੇ ਵਿੱਚ ਬਹੁਤੀ ਡਿਸਕਸ ਨਹੀਂ ਕੀਤੀ ਗਈ। ਅਸਲ ਦੇ ਵਿੱਚ 4 ਭਾਗਾਂ ਬਾਰੇ ਹੀ ਮੇਨ ਡਿਸਕਸ ਕੀਤੀ ਗਈ ਆ। 3 ਭਾਗ ਅਸੀਂ ਉੱਪਰ ਡਿਸਕਸ ਕਰ ਚੁੱਕੇ ਹਾਂ, ਅਤੇ ਚੌਥਾ ਜਿਹੜਾ ਸਾਡਾ ਚੱਕਰੀ ਪ੍ਰਵਾਹ ਸੀਗਾ ਉਹਦੇ ਬਾਰੇ 6ਵਾਂ ਡਾਇਗਰਾਮ ਆ ਜਿਹੜਾ ਇਹਦੇ ਵਿੱਚ ਤੁਹਾਨੂੰ ਡਿਸਕਸ ਕੀਤੀ ਗਈ ਹੈ। ਤਾਂ ਚੱਕਰੀ ਪ੍ਰਵਾਹ ਦੇ ਵਿੱਚ ਤੁਸੀਂ ਜਿਵੇਂ ਚਿੱਤਰ ਦੇਖ ਰਹੇ ਹੋ, ਇਹਦੇ ਵਿੱਚ ਗੋਲ ਚੱਕਰ ਦੇ ਵਿੱਚ ਸਾਨੂੰ ਨਦੀ ਚੱਲਦੀ ਨਜ਼ਰ ਆਉਂਦੀ ਹੈ। ਤਾਂ ਤੁਸੀਂ 4 ਡਾਇਗਰਾਮ ਮੁੱਖ ਤੌਰ 'ਤੇ ਬਣਾਉਣੇ ਨੇ। ਪਹਿਲੇ 3 ਡਾਇਗਰਾਮ ਲਗਾਤਾਰ ਨੇ, ਜੇ ਅਸੀਂ ਉਹਨਾਂ ਨੂੰ ਦੁਬਾਰਾ ਵੀ ਦੇਖਣਾ ਚਾਹੀਏ ਤਾਂ ਤੁਸੀਂ ਉੱਤੇ ਦੇਖ ਸਕਦੇ ਹੋ। ਸਭ ਤੋਂ ਪਹਿਲਾ ਸਾਡਾ ਡੰਡੀਦਾਰ ਆ ਪ੍ਰਵਾਹ, ਇਹਨੂੰ ਮੈਂ ਨੰਬਰ 1 ਪਾ ਕੇ ਲਿਖਾਂਗਾ ਇੱਥੇ। ਇਹ ਸਾਡਾ ਪਹਿਲਾ ਗਾ। ਫਿਰ ਸਾਡਾ ਦੂਸਰਾ ਆ ਜਾਂਦਾ ਗਾ, ਜਿਹਨੂੰ ਅਸੀਂ ਸਮਾਨਾਂਤਰ ਜਾਂ ਪੈਰਲਲ ਪੈਟਰਨ ਬੋਲਦੇ ਹਾਂ। ਫਿਰ ਸਾਡਾ ਤੀਸਰਾ ਜਿਹੜਾ ਜਾਲੀਨੁਮਾ ਪ੍ਰਵਾਹ ਆ ਜਾਂਦਾ ਗਾ, ਇਹਦਾ ਵੀ ਤੁਸੀਂ ਡਾਇਗਰਾਮ ਬਣਾ ਸਕਦੇ ਹੋ। ਅਤੇ ਚੌਥਾ ਜਿਹੜਾ ਸਾਡਾ ਆ ਜਾਂਦਾ ਗਾ, ਇਹ ਸਾਡਾ ਆ ਜਾਂਦਾ ਚੱਕਰੀ ਆ ਪ੍ਰਵਾਹ। ਤਾਂ ਅੱਗੇ ਅਸੀਂ ਭਾਰਤ ਦੇ ਜਿਹੜੇ ਨਦੀ ਤੰਤਰ ਆ ਉਹਨੂੰ ਅਸੀਂ 4 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਕਿਹੜੀਆਂ 4 ਭਾਗ ਨੇ ਜਿਨ੍ਹਾਂ ਦੇ ਰਾਹੀਂ ਵੱਖ-ਵੱਖ ਨਦੀਆਂ ਜੁੜ ਕੇ ਪੂਰੇ ਭਾਰਤ ਦੇ ਵਿੱਚ ਪਾਣੀ ਨੂੰ ਜਿਹੜਾ ਗਾ ਸਮੁੰਦਰਾਂ ਤੱਕ ਲੈ ਕੇ ਜਾਂਦੀਆਂ ਨੇ। ਸਭ ਤੋਂ ਪਹਿਲੇ ਨੰਬਰ 'ਤੇ ਸਾਡੇ ਕੋਲ ਆ ਜਾਂਦੇ ਆ ਹਿਮਾਲਿਆ ਖੇਤਰ ਦੀਆਂ ਨਦੀਆਂ,
ਭਾਵ ਇਹਦੇ ਨਾਮ ਤੋਂ ਹੀ ਸਾਨੂੰ ਸਪਸ਼ਟ ਹੋ ਜਾਂਦਾ ਗਾ ਕਿ ਇਹ ਸਾਰੀਆਂ ਨਦੀਆਂ ਜਿਹੜੀਆਂ ਹਿਮਾਲਿਆ ਪਰਬਤ ਦੇ ਵਿੱਚੋਂ ਨਿਕਲਦੀਆਂ ਨੇ, ਕੁਝ ਆਪਸ ਵਿੱਚ ਜੁੜ ਕੇ ਇੱਕ ਵੱਡੀ ਨਦੀ ਦਾ ਨਿਰਮਾਣ ਕਰਦੀਆਂ ਨੇ। ਇਹਦੇ ਵਿੱਚ ਮੁੱਖ ਤੌਰ ਤੇ ਜਿਹੜੀਆਂ ਵੱਡੀਆਂ ਨਦੀਆਂ ਨੇ ਉਹਨਾਂ ਬਾਰੇ ਡਿਸਕਸ ਕਰਾਂਗੇ ਆਪਾਂ। ਗੰਗਾ ਤੇ ਬ੍ਰਹਮਪੁੱਤਰ ਨਦੀਆਂ ਜਿਹੜੀਆਂ ਇਹਦੇ ਵਿੱਚ ਆ ਜਾਂਦੀਆਂ ਨੇ। ਇਸੇ ਤਰ੍ਹਾਂ ਸਾਡਾ ਇੱਕ ਹੋਰ ਨਦੀ ਤੰਤਰ ਆ ਪ੍ਰਾਇਦੀਪੀ ਨਦੀ ਤੰਤਰ। ਪਠਾਰ ਵਾਲਾ ਭਾਗ ਆ ਸਾਡਾ, ਜੇ ਕਰਕ ਰੇਖਾ ਤੋਂ ਥੱਲੇ ਵਾਲਾ ਭਾਗ ਅਸੀਂ ਨਕਸ਼ੇ ਦੇ ਵਿੱਚ ਦੇਖਦੇ ਹਾਂ ਤਾਂ ਉਹਦੇ ਵਿੱਚ ਜਿਹੜੀਆਂ ਨਦੀਆਂ ਚੱਲਦੀਆਂ ਨੇ ਉਹਨਾਂ ਨੂੰ ਅਸੀਂ ਪ੍ਰਾਇਦੀਪੀ ਨਦੀ ਤੰਤਰ ਦੇ ਵਿੱਚ ਲੈਂਦੇ ਹਾਂ, ਜਿਹਦੇ ਵਿੱਚ ਸਾਡੀਆਂ ਕ੍ਰਿਸ਼ਨਾ, ਕਾਵੇਰੀ ਤੇ ਗੋਦਾਵਰੀ ਨਦੀਆਂ ਆ ਜਾਂਦੀਆਂ ਨੇ। ਕੁਝ ਨਦੀਆਂ ਸਾਡੀਆਂ ਸਮੁੰਦਰ ਦੇ ਕਿਨਾਰਿਆਂ ਦੇ ਨਾਲ ਸਮੁੰਦਰ ਦੇ ਕਿਨਾਰੇ ਨੂੰ ਅਸੀਂ ਕੀ ਬੋਲਦੇ ਹਾਂ? ਤੱਟ ਬੋਲਦੇ ਹਾਂ। ਸੋ ਤੱਟ ਦੇ ਨਾਲ ਕੁਝ ਨਦੀਆਂ ਚੱਲਦੀਆਂ ਨੇ ਜਿਹੜੀਆਂ ਉੱਥੋਂ ਹੀ ਨੇੜੇ ਹੀ ਚੱਲ ਕੇ ਸਮੁੰਦਰ ਦੇ ਵਿੱਚ ਮਿਲ ਜਾਂਦੀਆਂ ਨੇ। ਇਹ ਜ਼ਿਆਦਾਤਰ ਮੌਸਮੀ ਨਦੀਆਂ ਹੁੰਦੀਆਂ ਨੇ। ਸੋ ਆਪਾਂ ਕਿਉਂਕਿ ਸਾਡਾ ਜਿਹੜਾ ਇਲਾਕਾ ਗਾ ਸਮੁੰਦਰ ਦੇ ਨੇੜੇ ਨਹੀਂ ਰਹਿੰਦਾ, ਇਹਨਾਂ ਦੇ ਨਾਮ ਵੀ ਕੁਝ ਲੋਕਲ ਰੱਖੇ ਹੋਏ ਨੇ। ਸੋ ਇੱਕ ਦੋ ਨਾਮ ਅਸੀਂ ਯਾਦ ਕਰਾਂਗੇ ਜਦੋਂ ਪੜਾਂਗੇ ਇਹਨਾਂ ਬਾਰੇ। ਤੇ ਇੱਕ ਲਾਸਟ ਦੇ ਵਿੱਚ ਸਾਨੂੰ ਦੱਸਿਆ ਗਿਆ ਗਾ ਅੰਦਰੂਨੀ ਨਦੀ ਤੰਤਰ ਤੇ ਝੀਲਾਂ। ਇਹ ਅੰਦਰੂਨੀ ਨਦੀ ਤੰਤਰ ਇਹ ਇੱਕ ਨਵਾਂ ਸ਼ਬਦ ਆ ਸਾਡੇ ਲਈ। ਉਹ ਨਦੀਆਂ ਜਿਹੜੀਆਂ ਚਲਦੀਆਂ ਧਰਤੀ ਦੇ ਵਿੱਚ ਹੀ ਅਲੋਪ ਹੋ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਅੰਦਰੂਨੀ ਨਦੀ ਤੰਤਰ ਵਾਲੀਆਂ ਨਦੀਆਂ ਕਹਿੰਦੇ ਆ। ਅੰਦਰੂਨੀ ਨਦੀ ਤੰਤਰ ਦੇ ਵਿੱਚ ਜੇ ਸਾਡੇ ਇਲਾਕੇ ਦੇ ਵਿੱਚ ਦੇਖਿਆ ਜਾਵੇ, ਪੰਜਾਬ ਦੇ ਹਰਿਆਣੇ ਦੇ ਆਲੇ ਦੁਆਲੇ, ਤਾਂ ਇੱਕ ਬਹੁਤ ਵੱਡਾ ਦਰਿਆ ਸਾਡਾ ਘੱਗਰ ਦਰਿਆ ਆਉਂਦਾ ਗਾ। ਉਸ ਨੂੰ ਅਸੀਂ ਅੰਦਰੂਨੀ ਨਦੀ ਤੰਤਰ ਵਾਲਾ ਦਰਿਆ ਕਹਿੰਦੇ ਆ। ਇਹ ਇੱਥੋਂ ਪੰਚਕੂਲੇ ਦੇ ਕੋਲੋਂ ਸ਼ੁਰੂ ਹੁੰਦਾ ਗਾ, ਬਰਸਾਤੀ ਦਰਿਆ ਗਾ ਸਾਡਾ, ਤੇ ਰਾਜਸਥਾਨ ਵਿੱਚ ਪਹੁੰਚ ਕੇ ਇਹ ਜ਼ਮੀਨ ਦੇ ਵਿੱਚ ਅਲੋਪ ਹੋ ਜਾਂਦਾ ਗਾ। ਬਾਕੀ ਹੋਰ ਵੀ ਅਸੀਂ ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇਹਦੇ ਨਾਲ ਹੀ ਸਾਨੂੰ ਝੀਲਾਂ ਦੇ ਬਾਰੇ ਜਾਣਕਾਰੀ ਇਸ ਲੈਸਨ ਦੇ ਵਿੱਚ ਦਿੱਤੀ ਹੋਈ ਆ। ਝੀਲ ਨੂੰ ਜੇ ਅਸੀਂ ਡੈਫੀਨੇਸ਼ਨ ਦੇਣੀ ਚਾਹੀਏ ਤਾਂ ਇੱਕ ਵੱਡਾ ਕੁਦਰਤ ਦੇ ਵੱਲੋਂ ਬਣਾਇਆ ਹੋਇਆ ਟੋਆ ਜਿਹਦੇ ਵਿੱਚ ਪਾਣੀ ਇਕੱਠਾ ਹੁੰਦਾ ਗਾ। ਜੇ ਅਸੀਂ ਮੁੱਖ ਤੌਰ ਤੇ ਸਰੋਤ ਵੀ ਦੇਖੇ, ਸਾਡੀਆਂ ਨਦੀਆਂ ਜਿਹੜੀਆਂ ਚੱਲ ਰਹੀਆਂ ਨੇ ਇਹ ਵੀ ਪਾਣੀ ਜਿਹੜੀਆਂ ਉੱਚੀਆਂ ਪਰਬਤਾਂ ਦੇ ਵਿੱਚ ਵੱਡੇ ਕੁਦਰਤੀ ਟੋਏ ਬਣੇ ਹੋਏ ਆ, ਜਿਹਨੂੰ ਕੁਦਰਤੀ ਝੀਲਾਂ ਕਿਹਾ ਜਾਂਦਾ ਗਾ, ਉੱਥੋਂ ਹੀ ਪਾਣੀ ਜਿਹੜਾ ਗਾ ਚੱਲਦਾ ਗਾ ਤੇ ਨਦੀ ਦਾ ਰੂਪ ਲੈਂਦਾ ਹੋਇਆ ਸਾਡੇ ਤੱਕ ਪਹੁੰਚਦਾ ਗਾ। ਸੋ ਇਹਨਾਂ ਸਾਰਿਆਂ ਬਾਰੇ ਜਾਣਕਾਰੀ ਅਸੀਂ ਅਗਲੇ ਭਾਗ ਦੇ ਵਿੱਚ ਤੁਹਾਨੂੰ ਦੇਵਾਂਗੇ। ਸੋ ਅੱਜ ਦਾ ਜੇ ਅਸੀਂ ਡਿਸਕਸ ਕਰਨਾ ਚਾਹੀਏ ਤਾਂ ਅਸੀਂ ਸ਼ੁਰੂ ਕੀਤਾ ਸੀਗਾ, ਪਹਿਲਾਂ ਤੁਹਾਨੂੰ 3 ਕਨਸੈਪਟ ਦੱਸੇ ਗਏ ਸੀਗੇ। ਦੁਆਬ ਕਨਸੈਪਟ ਦੱਸਿਆ ਗਿਆ ਸੀ, ਜਲ ਵਿਭਾਜਕ ਦੱਸਿਆ ਗਿਆ ਸੀਗਾ, ਤੇ ਇੱਕ ਆਪਰਵਾਹ ਦੇ ਬਾਰੇ ਗੱਲ ਕੀਤੀ ਗਈ ਸੀਗੀ। ਸੋ ਆਪਰਵਾਹ ਦੇ ਜਲ ਵਿਭਾਜਕ ਦੇ ਨਾਲ ਸੰਬੰਧਿਤ ਚਿੱਤਰ ਜਿਹੜਾ ਤੁਹਾਨੂੰ ਸੀਗਾ ਉਹ ਅਸੀਂ ਪਹਿਲਾਂ ਦਿਖਾ ਦਿੱਤਾ ਸੀਗਾ, ਤੇ ਆਪਰਵਾਹ ਦੇ ਨਾਲ ਸੰਬੰਧਿਤ 4 ਚਿੱਤਰ ਇੱਥੇ ਦਿੱਤੇ ਹੋਏ ਨੇ, ਜਿਹੜਾ ਪੇਜ ਮੈਂ ਹੁਣ ਤੁਹਾਡੇ ਨਾਲ ਡਿਸਕਸ ਕੀਤਾ ਗਾ। ਇਹ ਚਾਰੇ ਚਿੱਤਰਾਂ ਦੇ ਉੱਤੇ ਮੈਂ ਨਿਸ਼ਾਨ ਲਗਾਤੇ ਨੇ, ਤੁਸੀਂ ਆਪਣੀ ਕਿਤਾਬ ਦੇ ਵਿੱਚ ਵੀ ਲਗਾ ਲੈਣੇ ਤੇ ਆਪਣੀ ਕਾਪੀ ਦੇ ਵਿੱਚ ਇਹਨਾਂ ਨੂੰ ਜ਼ਰੂਰ ਬਣਾਉਣਾ ਹੈਗਾ ਗਾ। ਤੇ ਅਗਲੇ ਲੈਕਚਰ ਦੇ ਵਿੱਚ ਅਸੀਂ ਜਿਹੜੇ 4 ਨਦੀ ਤੰਤਰ ਦੇ ਭਾਗ ਨੇ, ਕਿਹੜੇ 4 ਭਾਗ? ਹਿਮਾਲਿਆ ਦੀਆਂ ਨਦੀਆਂ, ਪ੍ਰਾਇਦੀਪੀ ਨਦੀ ਤੰਤਰ, ਤੱਟ ਦੀਆਂ ਨਦੀਆਂ ਤੇ ਅੰਦਰੂਨੀ ਨਦੀ ਤੰਤਰ ਅਤੇ ਝੀਲਾਂ, ਇਹਨਾਂ ਦੇ ਬਾਰੇ ਜਾਣਕਾਰੀ ਲਵਾਂਗੇ। ਥੈਂਕ ਯੂ ਬੇਟੇ।